ਜਦੋਂ ਤੁਸੀਂ ਮੈਡੀਸਿਨ ਸ਼ੁਰੂ ਨਹੀਂ ਕੀਤੀ ਸੀ ਕੀ ਫੀਲ ਕਰਦੇ ਸੀ ਔਰ ਅੱਜ ਕੀ ਮਹਿਸੂਸ ਕਰਦੇ ਹੋ ਤੁਸੀਂ ਦਵਾਈ ਸ਼ੁਰੂ ਹੋਣ ਤੋਂ ਬਾਅਦ? ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ। ਫੋਰਨ 'ਚ ਸਾਡੇ ਬੱਚੇ ਰਹਿੰਦੇ ਨੇ, ਅਸੀਂ ਉੱਥੇ ਵੀ ਟ੍ਰੀਟਮੈਂਟ ਕਰਾਏ ਅਤੇ ਇੱਥੇ ਵਾਲੇ ਡਾਕਟਰ ਐਲੋਪੈਥੀ ਸਭ ਕਹਿੰਦੇ ਸੀਗੇ ਵੀ ਇਹ ਲਾਈਫ ਦੇ ਨਾਲ ਹੀ ਚੱਲੂਗੀ। ਤੇ ਮੈਂ ਉਹਨਾਂ ਨੂੰ ਕਿਹਾ ਮਾਤਾ ਜੀ ਤੁਸੀਂ ਮੈਨੂੰ ਰਿਪੋਰਟਸ ਦਿਖਾਓ। ਇਹ ਹੋਪਲੈਸ ਸੀਗੇ ਉਸ ਟਾਈਮ, ਕਿਉਂਕਿ ਬਹੁਤ ਜਗ੍ਹਾ ਇੰਸਟੀਚਿਊਟਸ ਦੇ ਵਿੱਚ ਬੜੇ ਨਾਮੀ ਡਾਕਟਰਸ ਦੇ ਕੋਲੇ ਜਾ ਕੇ ਇਹ ਵਾਪਸ ਆ ਚੁੱਕੇ ਸੀਗੇ ਔਰ ਇਹਨਾਂ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੋ ਪਾ ਰਿਹਾ ਸੀ ਉਦੋਂ ਤੱਕ। ਇਹਨਾਂ ਦੀਆਂ ਲੱਤਾਂ, ਇਹਨਾਂ ਦੀ ਪਿੱਠ, ਇਹਨਾਂ ਦੀ ਸਕੈਲਪ ਪੂਰੇ ਤਰੀਕੇ ਨਾਲ ਭਰੀ ਹੋਈ ਸੀਗੀ ਉਸ ਵਕਤ। ਇਹਨਾਂ ਦੀਆਂ ਬਾਹਾਂ, ਕੋਈ ਜਿਸਮ ਦਾ ਐਸਾ ਪਾਰਟ ਨਹੀਂ ਸੀ ਜਿੱਥੇ ਜ਼ਖਮ ਨਹੀਂ ਸੀਗੇ। ਜਦੋਂ ਅਸੀਂ ਸਾਡੇ ਦੋਸਤ ਰਾਹੀਂ ਇਹਨਾਂ ਦੇ ਸੰਪਰਕ 'ਚ ਆਏ, ਇਹਨਾਂ ਨੇ ਸਾਰਾ ਕੁਝ ਦੇਖਿਆ। ਖਾਰਸ ਹੁੰਦੀ ਸੀ, ਜ਼ਖਮ ਸੀ, 1000 ਜ਼ਖਮ ਸੀ ਇਹਨਾਂ ਦੇ ਪਿੰਡੇ ਤੇ। ਮਤਲਬ ਸਾਨੂੰ ਉਮੀਦ ਨਹੀਂ ਸੀ ਵੀ ਹੁਣ ਅਸੀਂ ਉਸ ਤੋਂ ਬਾਅਦ ਦੇਸੀ ਹਕੀਮਾਂ ਕੋਲੇ ਵੀ ਮਾਨਸਾ ਤੇ ਭੀਖੀ ਵਗੈਰਾ ਅਸੀਂ ਘੁੰਮੇ ਫਿਰਦੇ ਰਹੇ ਤੇ ਕਿਤੋਂ ਵੀ ਪ੍ਰੋਪਰ ਸਾਨੂੰ ਕੋਈ ਸ਼ਾਂਤੀ ਨਹੀਂ ਮਿਲੀ। ਕਿੰਨੀ ਕੁ ਮਤਲਬ ਤੁਸੀਂ ਪਹਿਲਾਂ ਤਕਲੀਫ ਦੇ ਵਿੱਚ ਸੀਗੇ ਜਦੋਂ ਡਾਕਟਰ ਸਾਹਿਬ ਨਹੀਂ ਮਿਲੇ ਸੀਗੇ ਔਰ ਅੱਜ ਕਿੰਨੇ ਕੁ ਤੁਸੀਂ ਸਕੂਨ ਦੇ ਵਿੱਚ ਹੋ? ਤੁਸੀਂ ਸੋਚ ਨਹੀਂ ਸਕਦੇ, ਜਾਂ ਉਹ ਪੇਸ਼ੈਂਟਾਂ ਨੂੰ ਪਤਾ ਹੋਣਾ ਜਿਹੜੇ ਸੋਰਾਇਸਿਸ ਦੇ ਪੇਸ਼ੈਂਟ ਨੇ, ਉਹ ਤਾਂ ਅਸੀਂ 3 ਵਾਰ ਬੈੱਡ ਸੀਟ ਤੋਂ ਇੱਦਾਂ ਹੱਥ ਨਾਲ ਚੱਕਦੇ ਸੀਗੇ, ਇਕੱਠਾ ਕਰਦੇ ਸੀਗੇ ਛਿਲਕਾ। ਇੱਕ ਹਫ਼ਤੇ ਬਾਅਦ ਇਹਨਾਂ ਦੇ ਜਿਹੜੇ ਬੇਸਿਕਲੀ ਜਿਹੜੇ ਇਹਨੂੰ ਮਤਲਬ ਜ਼ਿਆਦਾ ਪੇਨ ਹੁੰਦੀ ਸੀ, ਉਹ ਸਾਰੇ ਜ਼ਖਮ ਜਿਹੜੇ ਸਾਫ਼ ਹੋ ਗਏ ਸੀ 10-15 ਦਿਨਾਂ ਦੇ ਵਿੱਚ ਤੇ ਉਹ ਖਾਰਸ ਹੋਣੋਂ ਬੰਦ ਹੋ ਗਈ ਸੀ। ਕਿੰਨੀ ਦੇਰ ਤੋਂ ਇਹਨਾਂ ਦਾ ਇਲਾਜ ਚੱਲਿਆ ਹੁਣ ਜਿਹੜਾ ਕਿ ਕੰਟੀਨਿਊ ਹੈ ਔਰ ਕਿੰਨੀ ਦੇਰ ਹੋਰ ਚੱਲੇਗਾ ਸਰ? ਤੁਸੀਂ ਜਦੋਂ ਸੋਰੈਟਿਕ ਆਰਥਰਾਈਟਿਸ ਜਿਹੜਾ ਮਾਤਾ ਜੀ ਦਾ, ਇਹਨੂੰ ਗੂਗਲ ਕਰੋ, ਤੁਹਾਡੇ ਸਾਹਮਣੇ ਉਹਦੇ ਉੱਪਰ ਲਿਖਿਆ ਹੋਇਆ ਆਏਗਾ ਕਿ ਨੋ ਕਿਉਰ। ਔਰ ਇਹਨਾਂ ਦੇ ਵਾਈਟਲਸ ਮੈਂ ਤੁਹਾਨੂੰ ਦਿਖਾਉਣਾ ਹੈ, ਕਿਸੇ ਲੋਕਲ ਲੈਬ ਦੀ ਰਿਪੋਰਟ ਨਹੀਂ ਮੈਂ ਤੁਹਾਨੂੰ ਸ਼ੋਅ ਕਰੂੰਗਾ। ਡਾਕਟਰ ਲਾਲ ਪੈਥ ਲੈਬ ਦੀ ਜਿਹੜੀ ਹੈਗੀ ਹੈ, ਇਹਨਾਂ ਦੀ ਰਿਪੋਰਟ ਹੈ ਜਿਹੜੀ ਮੈਂ ਤੁਹਾਨੂੰ ਸ਼ੋਅ ਕਰ ਰਿਹਾ। 2 ਮਹੀਨਿਆਂ ਦੇ ਵਿੱਚ ਇਹਨਾਂ ਦੇ ਫਲੇਕਸ ਵਗੈਰਾ ਔਰ ਇਹਨਾਂ ਦੀ ਜਿੰਨੀ ਪ੍ਰੋਬਲਮ ਸੀਗੀ ਉਹ ਘਟਣਾ ਸ਼ੁਰੂ ਹੋ ਗਈ। ਜਿਹਨਾਂ ਫਲੇਕਸ ਤਾਂ ਸਾਫ਼ ਹੀ ਹੋ ਗਏ ਸੀਗੇ ਅਲਹਮਦੁਲਿਲਾ ਆਲਮੋਸਟ। ਸਾਨੇ ਇਹਨਾਂ ਦਾ ਪਾਣੀ ਚੇਂਜ ਕੀਤਾ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਦਾ ਪੀਣ ਵਾਲਾ ਪਾਣੀ। ਮੈਂ ਇਹਨਾਂ ਦੀ ਪ੍ਰੋਪਰ ਡਾਈਟ ਚੇਂਜ ਕੀਤੀ ਹੈ। ਜਿਹੜੀ ਇਹ ਲੈ ਰਹੇ ਸੀ ਗਲੂਟਨ ਫ੍ਰੀ ਡਾਈਟ ਦੇ ਉੱਪਰ ਇਹਨਾਂ ਨੂੰ ਪਾਇਆ। ਜੋ ਚੀਜ਼ਾਂ ਇਹ ਖਾ ਰਹੇ ਸੀ, ਖੱਟੀਆਂ ਜਾਂ ਤਲੀਆਂ ਹੋਈਆਂ, ਜੋ ਵੀ ਕੁਝ ਖਾ ਰਹੇ ਸੀਗੇ, ਹਰ ਚੀਜ਼ ਇਹਨਾਂ ਦੀ ਬੰਦ ਕਰਕੇ। ਜਿਹੜੇ ਇਸ ਬਿਮਾਰੀ ਤੋਂ ਪੀੜਿਤ ਹੋਰ ਮਰੀਜ਼ ਹੈਗੇ ਉਹਨਾਂ ਵਾਸਤੇ ਤੁਸੀਂ ਮਤਲਬ ਤੁਹਾਡਾ ਕਿਉਰ ਹੋਇਆ, ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ? ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਕਿ ਬੜੀ ਦੂਰ ਤੋਂ ਚੱਲ ਕੇ ਆਉਣੇ, ਮੈਡੀਸਨ ਲੈਂਦੇ ਹੋ ਔਰ ਇਲਾਜ ਵੀ ਹੋਇਆ, ਜਿਹੜੇ ਤੁਹਾਡੇ ਵਰਗੇ ਹੋਰ ਪੀੜਿਤ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਵੀ ਤੁਸੀਂ ਇਹ ਵੀਡੀਓ ਨੂੰ ਸੁਣੋ ਤਾਂ ਤੁਰੰਤ ਕਿਸੇ ਵੀ ਦੀ ਵੀ ਸਲਾਹ ਲੈਣ ਦੀ ਲੋੜ ਨਹੀਂ, ਤੁਸੀਂ ਇੱਥੇ ਪਹੁੰਚੋ। ਪ੍ਰੀਵੀਅਸਲੀ ਇੱਕ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਸੀਗੇ, ਉਹ ਤੁਹਾਨੂੰ ਮਿਲਵਾਇਆ ਸੀਗਾ ਇੱਕ ਇਲੈਕਟ੍ਰੋ ਹੋਮਿਓਪੈਥ ਦੇ ਨਾਲ। ਅੱਜ ਫੇਰ ਉਸੇ ਜਗ੍ਹਾ ਦੇ ਉੱਪਰ ਉਹਨੇ ਡਾਕਟਰ ਸਾਹਿਬ ਦੇ ਨਾਲ ਆਪਾਂ ਮੁਲਾਕਾਤ ਕਰ ਰਹੇ ਹਾਂ। ਕੁਝ ਐਵੀਡੈਂਸ ਦੀ ਗੱਲ ਕਹੀ ਸੀ ਮੈਂ, ਅੱਜ ਐਵੀਡੈਂਸ ਦੇ ਨਾਲ, ਰਿਪੋਰਟਸ ਦੇ ਨਾਲ ਔਰ ਪੇਸ਼ੈਂਟ ਦੇ ਨਾਲ ਸਾਡੇ ਨਾਲ ਗੱਲ ਕਰਨਗੇ ਡਾਕਟਰ ਸ਼ਹਿਜ਼ਾਦ। ਔਰ ਜੋ ਸੋਰਾਇਸਿਸ ਆਰਥਰਾਈਟਿਸ ਹੈ ਉਹਦੀ ਇੱਕ ਬਿਮਾਰੀ ਸੀ ਮਾਤਾਨ ਪਟਿਆਲੇ ਤੋਂ, ਜੋ ਸਪੈਸ਼ਲੀ ਮਲੇਰਕੋਟਲੇ ਆ ਰਹੇ ਹਨ। ਇਹ ਮੈਂ ਗੱਲ ਤੁਹਾਨੂੰ ਦੱਸ ਦੇਵਾਂ ਕਿ ਮਲੇਰਕੋਟਲੇ ਵਾਲੇ ਪਟਿਆਲੇ ਜਾਂਦੇ ਸੁਣੇ ਹੋਣਗੇ, ਪਟਿਆਲੇ ਵਾਲੇ ਮਲੇਰਕੋਟਲੇ ਆ ਰਹੇ ਹਨ ਆਪਣੀ ਮਤਲਬ ਬਿਮਾਰੀ ਦੇ ਇਲਾਜ ਲਈ ਔਰ ਇਲਾਜ ਹੋਇਆ ਹੈ, ਪ੍ਰੋਪਰ ਇਲਾਜ ਹੋਇਆ। ਆਪਾਂ ਦੇ ਨਾਲ ਪੇਸ਼ੈਂਟ ਵੀ ਹੈ ਔਰ ਨਾਲ ਡਾਕਟਰ ਸਾਹਿਬ ਵੀ ਹੈ। ਸ਼ੁਰੂ ਕਰਦੇ ਹਾਂ ਡਾਕਟਰ ਸਾਹਿਬ ਤੋਂ ਆਪਾਂ ਗੱਲ ਕਰਨੀ ਤੇ ਪੁੱਛਦੇ ਹਾਂ ਕਿ ਕੀ ਪ੍ਰੋਬਲਮ ਸੀਗੀ ਮਾਤਾ ਜੀ ਨੂੰ ਔਰ ਕਿਵੇਂ ਠੀਕ ਹੋਈ, ਔਰ ਇਸ ਕਿਸਮ ਦੀ ਅਗਰ ਬਿਮਾਰੀ ਹੋਰ ਕਿਸੇ ਨੂੰ ਹੁੰਦੀ ਹੈ ਤਾਂ ਕਿੰਨੀ ਦੇਰ 'ਚ ਕਿਵੇਂ ਉਹ ਠੀਕ ਹੋ ਸਕਦੀ ਹੈ। ਆਪਾਂ ਗੱਲ ਕਰਦੇ ਹਾਂ ਡਾਕਟਰ ਸ਼ਹਿਜ਼ਾਦ ਦੇ ਨਾਲ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਸਾਡੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਇੱਕ ਵਾਰ ਜੀ। ਸ਼ੁਕਰੀਆ ਸਰ, ਤੁਹਾਡਾ ਬਹੁਤ ਸ਼ੁਕਰੀਆ ਜੀ। ਪਹਿਲਾਂ ਤਾਂ ਡਾਕਟਰ ਸਾਹਿਬ ਇਹ ਦੱਸੋ ਕਿ ਤੁਸੀਂ ਕਿਹਾ ਨਹੀਂ ਜੀ ਮੈਂ ਆਥੈਂਟਿਕ ਹੋ ਕੇ ਗੱਲ ਕਰਦਾ, ਤੇ ਉਸ ਤੋਂ ਬਾਅਦ ਤੁਸੀਂ ਵੀ ਕੁਝ ਰਿਪੋਰਟਸ ਵੀ ਦਿਖਾਈਆਂ ਲਾਸਟ ਟਾਈਮ ਔਰ ਅੱਜ ਫੇਰ ਪੇਸ਼ੈਂਟ ਵੀ ਹੈ ਤੁਹਾਡੇ ਨਾਲ ਔਰ ਰਿਪੋਰਟਸ ਵੀ ਹਾਜ਼ਰ ਹੈ ਜੀ। ਮੇਰੀ ਇਹ ਖੁਆਇਸ਼ ਰਹਿੰਦੀ ਹੈ ਕਿ ਪਰਮਾਤਮਾ ਨੇ ਅਗਰ ਸਾਨੂੰ ਕੋਈ ਡਿਊਟੀ ਬਖਸ਼ੀ ਹੈ ਤਾਂ ਅਸੀਂ ਉਹਨੂੰ ਬੜੀ ਇਮਾਨਦਾਰੀ ਨਾਲ ਨਿਭਾਈਏ, ਹੈ ਨਾ। ਅਤੇ ਮੈਂ ਕੋਸ਼ਿਸ਼ ਕਰਦਾ ਕਿ ਜਿਹੜੀ ਡਿਜ਼ੀਜ਼ ਦੇ ਵਿੱਚ ਅਸੀਂ ਕੰਮ ਕਰੀਏ, ਅਲਹਮਦੁਲਿਲਾ ਉੱਥੇ ਅਸੀਂ ਜਿਹੜੇ ਸਾਡੇ ਕੋਲ ਪੀੜਿਤ ਲੋਕ ਆਉਂਦੇ ਨੇ ਉਹਨਾਂ ਬਿਮਾਰੀਆਂ ਤੋਂ, ਤਾਂ ਅਸੀਂ ਜਿੰਨਾ ਸਾਡੇ ਤੋਂ ਕੋਸ਼ਿਸ਼ ਹੋ ਸਕਦੀ ਹੈ ਅਸੀਂ ਉਹਨੂੰ ਜਿੰਨਾ ਅੱਛੇ ਤਰੀਕੇ ਨਾਲ ਉਹਨਾਂ ਦੇ ਵਾਈਟਲਸ ਨੂੰ ਬਚਾ ਕੇ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਅਸੀਂ ਉਹਨਾਂ ਦੀ ਕਿਉਰ ਕਰ ਸਕੀਏ, ਸਾਡੀ ਇਹ ਕੋਸ਼ਿਸ਼ ਹੁੰਦੀ ਹੈ। ਮੈਂ ਤੁਹਾਨੂੰ ਇਹ ਕਿਹਾ ਸੀਗਾ ਕਿ ਸਰ ਆਪਾਂ ਹਵਾ ਦੇ ਵਿੱਚ ਗੱਲਾਂ ਨਹੀਂ ਕਰਾਂਗੇ, ਆਪਾਂ ਫੈਕਟਸ ਦੇ ਉੱਪਰ ਗੱਲ ਕਰਾਂਗੇ ਇਨਸ਼ਾਅੱਲਾ। ਮੈਂ ਤੁਹਾਨੂੰ ਕੁਝ ਪੇਸ਼ੈਂਟਸ ਵੀ ਮਿਲਵਾਊਂਗਾ ਜਿਹੜੇ ਕਰੋਨਿਕ ਡਿਜ਼ੀਜ਼ ਦੇ ਨਾਲ ਪੀੜਿਤ ਨੇ ਔਰ ਉਹ ਕਿਉਰ ਹੋ ਰਹੇ ਨੇ ਅਲਹਮਦੁਲਿਲਾ। ਅਸੀਂ ਇਲੈਕਟ੍ਰੋ ਹੋਮਿਓਪੈਥਿਕ ਮੈਡੀਸਨ ਦੇ ਨਾਲ ਆਪਣੇ ਪੇਸ਼ੈਂਟਸ ਨੂੰ ਕਿਉਰ ਕਰ ਰਹੇ ਹਾਂ ਅਲਹਮਦੁਲਿਲਾ। ਅੱਲਾ ਦਾ ਬੜਾ ਆਸਾਨ ਹੈ ਇਹ। ਅਤੇ ਅੱਜ ਉਸੇ ਕੜੀ ਦੇ ਵਿੱਚ ਕਰੋਨਿਕ ਡਿਜ਼ੀਜ਼ ਹੈਗੀ ਹੈ ਜਿਹਨੂੰ ਇਨਫਲੇਮੇਟਰੀ ਡਿਸਆਰਡਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਜਿਹਦੇ ਵਿੱਚ ਥੋੜਾ ਜਿਹਾ ਪੰਜਾਬੀ 'ਚ ਐਲੈਬੋਰੇਟ ਕਰ ਦਿਓ ਸਰ। ਗਠੀਏ ਦਾ ਰੋਗ ਹੁੰਦਾ ਪੇਸ਼ੈਂਟ ਨੂੰ
ਔਰ ਉਹਦੇ ਨਾਲ ਚਮੜੀ ਦਾ ਭਿਆਨਕ ਰੋਗ ਪੇਸ਼ੈਂਟ ਨੂੰ ਹੋ ਜਾਂਦਾ ਜਿਹਨੂੰ ਸੋਰਾਇਸਿਸ ਕਿਹਾ ਜਾਂਦਾ ਹੈ। ਦੋਨੋਂ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ, ਗਠੀਆ ਔਰ ਸੋਰਾਇਸਿਸ, ਜਦੋਂ ਦੋਨੋਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਰੋਗ ਮਿਲ ਕੇ ਕੀ ਬਣ ਜਾਂਦਾ, ਸੋਰਾਇਟਿਕ ਆਰਥਰਾਈਟਿਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਪੇਸ਼ੈਂਟ ਦੀ ਬਾਡੀ ਦੇ ਉੱਤੇ ਬੜੇ ਬੜੇ ਲੀਜ਼ਨ ਹੋ ਜਾਂਦੇ ਨੇ, ਫਲੇਕਸ ਉਤਰਨ ਲੱਗ ਜਾਂਦੇ ਨੇ, ਉਹਦੀ ਚਮੜੀ ਉਤਰਨ ਲੱਗ ਜਾਂਦੀ ਹੈ। ਔਰ ਜੋੜਾਂ ਦੇ ਵਿੱਚ ਸਾਰੇ ਪੂਰੇ ਬਾਡੀ ਦੇ ਜਿੰਨੇ ਵੀ ਜੋੜ ਹੁੰਦੇ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਦਰਦ ਰਹਿਣ ਲੱਗ ਜਾਂਦਾ ਹੈ। ਪੇਸ਼ੈਂਟ ਅੱਡੀ ਨੀਚੇ ਲਗਾਉਂਦਾ ਹੈ, ਉਹਨੂੰ ਚੱਲਣਾ ਫਿਰਨਾ, ਉਹਨੂੰ ਝੁਕਣਾ, ਉਹਨੂੰ ਰੋਜ਼ਮर्रा ਦੀ ਜ਼ਿੰਦਗੀ ਜਿਹੜੀ ਹੈਗੀ ਹੈ ਉਹਨੂੰ ਸੰਤਾਪ ਵਾਂਗੂ ਲੱਗਣ ਲੱਗ ਜਾਂਦੀ ਹੈ, ਕਿਉਂਕਿ ਇੱਕ ਤਾਂ ਬਾਡੀ ਦੇ ਉੱਤੇ ਜ਼ਖਮ ਹੁੰਦੇ ਨੇ, ਹਰ ਰੋਜ਼ ਚਮੜੀ ਦੇ ਸੈੱਲ ਝੜਦੇ ਨੇ, ਔਰ ਹਰ ਰੋਜ਼ ਉਹ ਆਪਣੇ ਜਿਹੜੇ ਰੋਜ਼ਮर्रा ਦੇ ਕੰਮ ਨੇ ਉਹਨੂੰ ਜ਼ਿੰਦਗੀ ਦੀਆਂ ਮਤਲਬ ਇਸ ਤਰ੍ਹਾਂ ਆਪਣੇ ਆਪ ਨੂੰ ਲੱਗਣ ਲੱਗ ਜਾਂਦਾ ਕਿ ਮੈਂ ਮੁਸੀਬਤ ਦੇ ਵਿੱਚ ਹਾਂ। ਔਰ ਅਜਿਹੇ ਰੋਗ ਦੇ ਵਿੱਚ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ ਤਾਂ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਨੂੰ ਜਿੱਥੇ ਤੱਕ ਸਾਡੇ ਤੋਂ ਹੋ ਸਕੇ ਅਸੀਂ ਉਸ ਪੇਸ਼ੈਂਟ ਨੂੰ ਸੁਖਾਲਾ ਕਰੀਏ। ਅਸੀਂ ਉਸ ਪੇਸ਼ੈਂਟ ਨੂੰ ਜਿਹੜਾ ਦਵਾਈਆਂ ਦੀਆਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪੰਡਾਂ ਚੱਕੀ ਫਿਰਦੇ ਨੇ ਲੋਕ, ਇੱਕ ਦਿਨ ਦੇ ਵਿੱਚ 15 16 ਗੋਲੀਆਂ ਇੱਕ ਟਾਈਮ ਦੀਆਂ ਖਾ ਰਹੇ ਹੁੰਦੇ ਨੇ। ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਚੀਜ਼ਾਂ ਤੋਂ ਨਿਜਾਤ ਦਿਵਾ ਕੇ ਇੱਕ ਆਮ ਹਿਊਮਨ ਬੀਇੰਗ ਦੀ ਤਰ੍ਹਾਂ, ਜਿਸ ਤਰ੍ਹਾਂ ਇੱਕ ਨਾਰਮਲ ਇਨਸਾਨ ਹੈ ਉਹਦੀ ਤਰ੍ਹਾਂ ਅਸੀਂ ਜ਼ਿੰਦਗੀ ਜਿਹੜੇ ਗੁਜ਼ਾਰਨ ਦੇ ਉਹਨੂੰ ਜਿੰਨੀ ਉਹਦੀ ਜ਼ਿੰਦਗੀ ਬਚਦੀ ਹੈ ਅੱਲਾਹ ਤਾਲਾ ਨੇ ਰੱਖੀ ਹੈ, ਅਸੀਂ ਜਿੰਨਾ ਕੁ ਰੱਬ ਸਾਡੇ ਤੋਂ ਕੰਮ ਲੈ ਲਵੇ ਅਸੀਂ ਉਹਨੂੰ ਉਸ ਤਰ੍ਹਾਂ ਜ਼ਿੰਦਗੀ ਗੁਜ਼ਾਰਨ ਦੇ ਵਿੱਚ ਉਹਦੀ ਮਦਦ ਕਰ ਸਕੀਏ। ਅਸੀਂ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਜਿਸ ਪੇਸ਼ੈਂਟ ਦੀਆਂ ਰਿਪੋਰਟਸ ਆ ਤੁਹਾਡੇ ਕੋਲ, ਕੌਣ ਹੈ ਜੀ ਉਹ? ਇਹ ਮਾਤਾ ਜੀ ਨੇ, ਹਰਮਿੰਦਰ ਕੌਰ ਜੀ। ਅਤੇ ਜਦੋਂ ਮੈਂ ਪਟਿਆਲਾ ਮਾਤਾ ਜੀ ਦੇ ਘਰ ਗਿਆ ਰਿਪੋਰਟਸ ਦੇਖਣ ਦੇ ਲਈ ਇਹਨਾਂ ਦੀਆਂ ਪਹਿਲੀ ਵਾਰੀ, ਤਾਂ ਮੈਂ ਉਹਨਾਂ ਨੂੰ ਦੇਖਿਆ ਬਹੁਤ ਮੁਸ਼ਕਿਲ ਦੇ ਵਿੱਚ। ਇਹਨਾਂ ਦੀਆਂ ਲੱਤਾਂ, ਇਹਨਾਂ ਦੀ ਪਿੱਠ, ਇਹਨਾਂ ਦੀ ਸਕੈਲਪ ਪੂਰੇ ਤਰੀਕੇ ਨਾਲ ਭਰੀ ਹੋਈ ਸੀਗੀ ਉਸ ਵਕਤ। ਇਹਨਾਂ ਦੀਆਂ ਬਾਹਾਂ, ਕੋਈ ਜਿਸਮ ਦਾ ਐਸਾ ਪਾਰਟ ਨਹੀਂ ਸੀ ਜਿੱਥੇ ਜ਼ਖਮ ਨਹੀਂ ਸੀਗੇ। ਔਰ ਉਸ ਤੋਂ ਜ਼ਿਆਦਾ ਵੱਡੀ ਗੱਲ ਜਿਹੜੀ ਮੈਂ ਕਹਾਂ ਕਿ ਮੈਨੇ ਇਹਨਾਂ ਨੂੰ ਜਦੋਂ ਚੱਲਦੇ ਹੋਏ ਦੇਖਿਆ ਉਸ ਟਾਈਮ ਇਹ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀਗੇ। ਅਤੇ ਮੈਂ ਇਹਨਾਂ ਨੂੰ ਕਿਹਾ ਮਾਤਾ ਜੀ ਤੁਸੀਂ ਮੈਨੂੰ ਰਿਪੋਰਟਸ ਦਿਖਾਓ। ਇਹ ਹੋਪਲੈਸ ਸੀਗੇ ਉਸ ਟਾਈਮ, ਕਿਉਂਕਿ ਬਹੁਤ ਜਗ੍ਹਾ ਇੰਸਟੀਚਿਊਟਸ ਦੇ ਵਿੱਚ ਬੜੇ ਨਾਮੀ ਡਾਕਟਰਸ ਦੇ ਕੋਲੇ ਜਾ ਕੇ ਇਹ ਵਾਪਸ ਆ ਚੁੱਕੇ ਸੀਗੇ ਔਰ ਇਹਨਾਂ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੋ ਪਾ ਰਿਹਾ ਸੀ ਉਦੋਂ ਤੱਕ ਮਾਮੂਨ ਜੀ। ਅਤੇ ਮੈਂ ਕਿਹਾ ਮਾਤਾ ਜੀ ਰਿਪੋਰਟਸ ਤਾਂ ਦਿਖਾਓ। ਮੈਂ ਇਹਨਾਂ ਦੀਆਂ ਰਿਪੋਰਟਸ ਜਦੋਂ ਦੇਖੀਆਂ ਅਤੇ ਮੈਂ ਕਿਹਾ ਤੁਹਾਨੂੰ ਮੇਰੇ ਕਲੀਨਿਕ ਵਿਜ਼ਿਟ ਕਰਨਾ ਪੈਣਾ, ਮੈਂ ਤੁਹਾਡੀ ਟੈਂਪਰਾਮੈਂਟਲ ਸਟੱਡੀ ਲੈਣਾ ਚਾਹੁੰਦਾ ਪ੍ਰੋਪਰ ਕਿ ਤੁਹਾਡਾ ਟੈਂਪਰਾਮੈਂਟ ਕੀ ਹੈ। ਕੁਛ ਟੈਸਟ ਨੇ ਜਿਹੜੇ ਬੇਸਿਕ ਨੇ ਸਾਨੂੰ ਉਹ ਅਸੀਂ ਤੁਹਾਡੇ ਪਰਫਾਰਮ ਕਰਾਉਣੇ ਨੇ ਅਤੇ ਉਸ ਤੋਂ ਬਾਅਦ ਅਸੀਂ ਤੁਹਾਡੀ ਮੈਡੀਸਨ ਅਸੀਂ ਸ਼ੁਰੂ ਕਰਾਂਗੇ। ਇਨਸ਼ਾਅੱਲਾ ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਹੋਣਾ ਸ਼ੁਰੂ ਹੋ ਜਾਓਗੇ। ਤਾਂ ਮੇਰੇ ਕੋਲ ਆਏ ਇਹ, ਮੈਂ ਇਹਨਾਂ ਦੇ ਬੇਸਿਕਸ ਲਏ। ਮਾਮੂਨ ਜੀ ਮੈਂ ਪਿਛਲੇ ਇੰਟਰਵਿਊ 'ਚ ਮੈਨੇ ਕਿਹਾ ਸੀਗਾ ਕਿ ਸਾਡਾ ਬਿਲਕੁਲ ਨੈਚੁਰਲ ਟਰੀਟਮੈਂਟ, ਅਸੀਂ ਪਿਓਰਲੀ ਪਲਾਂਟ ਬੇਸਡ ਮੈਡੀਸਨ ਨਾਲ ਅਲਹਮਦੁਲਿਲਾ ਅੱਜ ਇਹ ਜਿਸ ਕੰਡੀਸ਼ਨ 'ਚ ਬੈਠੇ ਨੇ ਤੁਹਾਨੂੰ ਆਪ ਦੱਸਣਗੇ। ਸਾਨੇ ਇਹਨਾਂ ਦਾ ਪਾਣੀ ਚੇਂਜ ਕੀਤਾ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਦਾ ਪੀਣ ਵਾਲਾ ਪਾਣੀ। ਮੈਂ ਇਹਨਾਂ ਦੀ ਪ੍ਰੋਪਰ ਡਾਈਟ ਚੇਂਜ ਕੀਤੀ ਹੈ। ਜਿਹੜੀ ਇਹ ਲੈ ਰਹੇ ਸੀ ਗਲੂਟਨ ਫ੍ਰੀ ਡਾਈਟ ਦੇ ਉੱਪਰ ਇਹਨਾਂ ਨੂੰ ਪਾਇਆ। ਜੋ ਚੀਜ਼ਾਂ ਇਹ ਖਾ ਰਹੇ ਸੀ ਖੱਟੀਆਂ ਜਾਂ ਤਲੀਆਂ ਹੋਈਆਂ ਜੋ ਵੀ ਕੁਝ ਖਾ ਰਹੇ ਸੀਗੇ ਹਰ ਚੀਜ਼ ਇਹਨਾਂ ਦੀ ਬੰਦ ਕਰਕੇ ਇਹਨਾਂ ਨੂੰ ਇੱਕ ਹੈਲਦੀ ਲਾਈਫ ਸਟਾਈਲ ਜੀਣ ਦੇ ਲਈ ਮੈਂ, ਕਿਉਂਕਿ ਜਿੰਨੇ ਸੋਰਾਇਸਿਸ ਨੂੰ ਜਿਹੜੇ ਜਾਣਨ ਵਾਲੇ ਲੋਕ ਨੇ, ਕਿਉਂਕਿ ਸਾਇੰਸ ਨੂੰ ਐਗਜ਼ੈਕਟ ਕਾਜ਼ ਅੱਜ ਤੱਕ ਨਹੀਂ ਪਤਾ ਕਿ ਐਗਜ਼ੈਕਟ ਕਾਜ਼ ਕੀ ਆ। ਸਾਰੇ ਕਹਿੰਦੇ ਨੇ ਕਿ ਆਟੋਇਮਿਊਨ ਡਿਸਆਰਡਰ ਹੈ ਜਾਂ ਲਾਈਫ ਦੇ ਵਿੱਚ ਕੋਈ ਟਰਾਮਾ, ਫਿਜ਼ੀਕਲ ਟਰਾਮਾ ਆ ਗਿਆ ਪੇਸ਼ੈਂਟ ਨੂੰ, ਮਤਲਬ ਕਿ ਕੋਈ ਇੰਜਰੀ ਆ ਗਈ ਐਡੀ ਵੱਡੀ ਉਹਦੇ ਕਰਕੇ ਹੋ ਗਿਆ ਇਹ, ਜਾਂ ਫਿਰ ਸੋਰਾਇਟਿਕ ਆਰਥਰਾਈਟਿਸ ਇਸ ਕਰਕੇ ਹੋ ਗਿਆ ਕਿ ਸਟ੍ਰੈਸ ਰਿਹਾ ਲਾਈਫ ਦੇ ਵਿੱਚ, ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਰਿਹਾ ਪੇਸ਼ੈਂਟ ਪਾਸਟ ਦੇ ਵਿੱਚ। ਉਹਦੀ ਜ਼ਿੰਦਗੀ 'ਚ ਕੋਈ ਅਜਿਹੀ ਘਟਨਾ ਹੋਈ ਕਿ ਜਿਹਦੇ ਕਰਕੇ ਉਹਦੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਰਿਹਾ, ਉਸ ਤੋਂ ਬਾਅਦ ਇਹ ਡਿਸਆਰਡਰ ਆਉਂਦਾ ਹੈ। ਬੇਸਿਕਲੀ ਅਸੀਂ ਇਹਨੂੰ ਆਟੋਇਮਿਊਨ ਦੇ ਤੌਰ ਦੇ ਉੱਤੇ ਕੰਸੀਡਰ ਕਰਕੇ ਚੱਲਦੇ ਹਾਂ ਕਿ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਸਾਡੇ ਹੈਲਦੀ ਸੈੱਲਸ ਨੂੰ ਆਪਣਾ ਦੁਸ਼ਮਣ ਸਮਝ ਲੈਂਦਾ ਇਸ ਬਿਮਾਰੀ ਦੇ ਵਿੱਚ, ਅਤੇ ਉਹ ਉਹਨਾਂ ਨੂੰ ਹੀ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਹਦੇ ਕਰਕੇ ਹਰ ਰੋਜ਼ ਮਰੀਜ਼, ਹਰ ਰੋਜ਼ ਜਿਹੜਾ ਇਸ ਬਿਮਾਰੀ ਤੋਂ ਪੀੜਿਤ ਹੈ ਉਹ ਆਪਣੇ ਆਪ ਨੂੰ ਦੇਖ ਕੇ, ਮਤਲਬ ਉਹ ਆਪਣੀ ਇੱਕ ਹਾਲਤ ਨੂੰ ਦੇਖ ਕੇ ਰੋਂਦਾ ਹੈ ਹਰ ਰੋਜ਼। ਇੰਨੀ ਜ਼ਿਆਦਾ ਪੀੜਾ ਜਿਹੜੀ ਹੁੰਦੀ ਹੈ ਸੋਰਾਇਟਿਕ ਆਰਥਰਾਈਟਿਸ ਦੇ ਪੇਸ਼ੈਂਟ ਨੂੰ ਹੁੰਦੀ ਹੈ ਜੀ। ਇਹ ਕਿੰਨੀ ਦੇਰ ਤੋਂ ਇਹਨਾਂ ਦਾ ਇਲਾਜ ਚੱਲਿਆ ਹੁਣ ਜਿਹੜਾ ਕਿ ਕੰਟੀਨਿਊ ਹੈ, ਔਰ ਕਿੰਨੀ ਦੇਰ ਹੋਰ ਚੱਲੇਗਾ ਸਰ? ਸਰ ਮੇਰੇ ਕੋਲੇ 7 ਮਹੀਨੇ ਹੋ ਗਏ ਇਹਨਾਂ ਨੂੰ ਕਿਉਰ ਅਲਹਮਦੁਲਿਲਾ ਇਸ ਟਾਈਮ ਟਰੀਟਮੈਂਟ ਲੈਂਦਿਆਂ ਨੂੰ। ਅਤੇ 2 ਮਹੀਨਿਆਂ ਦੇ ਵਿੱਚ ਇਹਨਾਂ ਦੇ ਫਲੇਕਸ ਵਗੈਰਾ ਔਰ ਇਹਨਾਂ ਦੀ ਜਿੰਨੀ ਪ੍ਰੋਬਲਮ ਸੀਗੀ ਉਹ ਘਟਨਾ ਸ਼ੁਰੂ ਹੋ ਗਈ ਸੀ। ਇਹਨਾਂ ਫਲੇਕਸ ਤਾਂ ਸਾਫ਼ ਹੀ ਹੋ ਗਏ ਸੀਗੇ ਅਲਹਮਦੁਲਿਲਾ। ਬਿਲਕੁਲ ਪਲਾਂਟ ਬੇਸਡ ਮੈਡੀਸਨ ਦਿੱਤੇ ਅਸੀਂ, ਇਲੈਕਟ੍ਰੋ ਹੋਮਿਓਪੈਥੀ ਮੈਡੀਸਨ। ਮੈਂ ਇੱਕ ਇਲੈਕਟ੍ਰੋ ਹੋਮਿਓਪੈਥ ਹਾਂ, ਬਾਰ ਕਹਿਣਾ ਕਿ ਮੇਰਾ ਕਲੀਨਿਕ ਕੋਈ ਆ ਕੇ ਵਿਜ਼ਿਟ ਕਰ ਲਵੇ, ਮੇਰਾ ਕੰਮ ਕਰਨ ਦਾ ਸਟਾਈਲ ਕੋਈ ਆ ਕੇ ਚੈੱਕ ਕਰ ਲਵੇ, ਕੋਈ ਵੀ ਚੈੱਕ ਕਰ ਲਵੇ, ਮੈਂ ਇਲੈਕਟ੍ਰੋ ਹੋਮਿਓਪੈਥੀ ਮੈਡੀਸਨ ਦੇ ਨਾਲ ਮਾਤਾ ਜੀ ਅੱਜ ਸਾਡੇ ਸਾਹਮਣੇ ਬੈਠੇ ਨੇ। 7 ਮਹੀਨੇ ਹੋ ਚੁੱਕੇ ਨੇ, ਸਟੇਬਲ ਨੇ। ਔਰ ਇਹਨਾਂ ਦੇ ਵਾਈਟਲਸ ਮੈਂ ਤੁਹਾਨੂੰ ਦਿਖਾਉਣਾ, ਕਿਸੇ ਲੋਕਲ ਲੈਬ ਦੀ ਰਿਪੋਰਟ ਨਹੀਂ ਮੈਂ ਤੁਹਾਨੂੰ ਸ਼ੋਅ ਕਰੂੰਗਾ, ਡਾਕਟਰ ਲਾਲ ਪੈਥ ਲੈਬ ਦੀ ਜਿਹੜੀ ਹੈਗੀ ਹੈ ਇਹਨਾਂ ਦੀ ਰਿਪੋਰਟ ਹੈ ਜਿਹੜੀ ਮੈਂ ਤੁਹਾਨੂੰ ਸ਼ੋਅ ਕਰ ਰਿਹਾ। ਇਹਨਾਂ ਦੇ ਜਿਹੜੇ ਵਾਈਟਲਸ ਨੇ ਖਾਸ ਤੌਰ ਦੇ ਉੱਪਰ ਜਦੋਂ ਐਲੋਪੈਥੀ ਮੈਡੀਸਨਸ ਅਸੀਂ ਖਾਂਦੇ ਹਾਂ ਉਹਦੇ ਵਿੱਚ ਕੀ ਹੈ, ਜਦੋਂ ਸੋਰਾਇਟਿਕ ਪੇਸ਼ੈਂਟ ਜਾਂ ਆਰਥਰਾਈਟਿਸ ਦਾ ਕੋਈ ਪੇਸ਼ੈਂਟ ਜਾਂਦਾ ਹੈ ਤਾਂ ਉਹਦੇ ਵਿੱਚ ਕੀ ਹੈ, ਤਾਂ ਉਹਨਾਂ ਨੂੰ ਇਮਿਊਨੋਸਪ੍ਰੈਸੈਂਟ, ਇਮਿਊਨ ਸਿਸਟਮ ਨੂੰ ਦਬਾ ਕੇ ਰੱਖਣ ਵਾਲੀਆਂ ਦਵਾਈਆਂ ਅਤੇ ਨਾਨ ਸਟੀਰੋਇਡਲ ਐਂਟੀ ਇਨਫਲੇਮੇਟਰੀ ਡਰੱਗਸ
ਜਿਹੜੀਆਂ ਕਿ ਇਨਫਲੇਮੇਸ਼ਨ ਨੂੰ ਯਾਨੀ ਕਿ ਸੋਜਿਸ਼ ਨੂੰ ਜਾਂ ਦਰਦ ਨੂੰ ਘੱਟ ਕਰਨ ਵਾਲੀਆਂ ਦਵਾਈਆਂ ਦੇ ਉੱਪਰ ਪੇਸ਼ੈਂਟ ਨੂੰ ਲੌਂਗ ਟਰਮ ਦੇ ਲਈ ਪਾ ਦਿੱਤਾ ਜਾਂਦਾ ਹੈ। ਜਦੋਂ ਤੱਕ ਪੇਸ਼ੈਂਟ ਉਹ ਦਵਾਈ ਖਾ ਰਿਹਾ ਹੈ ਉਹਨੂੰ ਰਿਲੀਫ ਰਹਿੰਦੀ ਹੈ। ਜਦੋਂ ਪੇਸ਼ੈਂਟ ਉਹ ਦਵਾਈਆਂ ਛੱਡ ਦਿੰਦਾ ਹੈ ਤਾਂ ਪੇਸ਼ੈਂਟ ਫਿਰ ਉਹੀ ਕੰਡੀਸ਼ਨ ਦੇ ਵਿੱਚ ਵਾਪਸ ਆ ਜਾਂਦਾ ਹੈ। ਠੀਕ ਹੈ ਸਰ, ਸਾਡੇ ਇਸ ਸਿਸਟਮ ਦੇ ਵਿੱਚ ਰੀਅਕਰੈਂਸ ਦੇ ਜਿਹੜੇ ਚਾਂਸ ਨੇ, ਦੁਬਾਰਾ ਬਿਮਾਰੀ ਦੇ ਵਾਪਸ ਆਉਣ ਦੇ ਜਿਹੜੇ ਚਾਂਸਿਸ ਨੇ ਉਹ ਬਹੁਤ ਘੱਟ ਨੇ ਜਦੋਂ ਇੱਕ ਵਾਰੀ ਪੇਸ਼ੈਂਟ ਕਿਉਰ ਹੋਣਾ ਸ਼ੁਰੂ ਹੋ ਗਿਆ ਸਰ। ਠੀਕ ਹੈ ਜੀ, ਪੇਸ਼ੈਂਟ ਟੂ ਪੇਸ਼ੈਂਟ, ਬਾਡੀ ਟੂ ਬਾਡੀ ਵੇਰੀ ਕਰਦਾ ਹੈ। ਜਿੱਥੇ ਪੇਸ਼ੈਂਟ ਜਿਹੜਾ ਹੈ ਉਹਦੀ ਕਿਡਨੀਜ਼ ਦੇ ਉੱਪਰ ਅਸਰ ਪੈਂਦਾ ਹੈ, ਉਹਦੇ ਲਿਵਰ ਦੇ ਉੱਤੇ ਅਸਰ ਪੈਂਦਾ ਹੈ। ਤਾਂ ਅੱਜ ਮਾਤਾ ਜੀ ਦੀਆਂ ਜਿਹੜੀਆਂ ਮੇਰੇ ਕੋਲੇ ਡਾਕਟਰ ਲਾਲ ਪੈਥ ਲੈਬ ਦੀਆਂ ਰਿਪੋਰਟਸ ਨੇ, ਬਕਾਇਦਾ ਤੌਰ ਦੇ ਉੱਤੇ ਇਹਨਾਂ ਦੀ ਆਈਡੀ ਹੈ, ਲੈਬ ਆਈਡੀ ਉਰੇ ਦਿੱਤੀ ਹੋਈ ਹੈ ਹਰਮਿੰਦਰ ਕੌਰ ਜੀ ਦੀ, ਕਿ ਇਹਨਾਂ ਦਾ ਜਿਹੜਾ OTPT ਹੈ ਇੱਕ ਹੈਲਦੀ ਹਿਊਮਨ ਬੀਇੰਗ 29 ਔਰ 23 ਆ ਰਿਹਾ ਸਰ। ਠੀਕ ਹੈ ਜੀ, ਲੈਸ ਦੈਨ 35 ਦੋਨੋਂ ਹੀ ਸਰ ਆ ਰਿਹਾ। ਔਰ ਇਹਨਾਂ ਦਾ ਜਿਹੜਾ ਕ੍ਰੈਟਨਿਨ ਆ ਰਿਹਾ ਸਰ 0.58 ਆ ਰਿਹਾ ਸਰ। 7 ਮਹੀਨੇ ਹੋ ਗਏ ਲਗਾਤਾਰ ਦਵਾਈ ਖਾਂਦੇ, ਇੱਕ ਦਿਨ ਵੀ ਮਿਸ ਨਹੀਂ ਕਰਦੇ ਮਾਤਾ ਜੀ। ਠੀਕ ਹੈ, ਜਦੋਂ ਬੁਲਾਣਾ ਉਦੋਂ ਆਉਂਦੇ ਨੇ। ਇਹਨਾਂ ਦਾ ਥਾਇਰਾਇਡ, ਇਹਨਾਂ ਦੀ ਹਰ ਪ੍ਰੋਫਾਈਲ ਜੋ ਵੀ ਮੈਂ ਕਰਾਉਣਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਸਰ, ਇਹਦੇ ਵਿੱਚ ਜਿੰਨੇ ਗਠੀਏ ਵਾਲੇ ਲੋਕ, ਜਿੰਨੇ ਪ੍ਰੋਫੈਸ਼ਨਲ ਲੋਕ ਮੈਨੂੰ ਤੁਹਾਡੇ ਥਰੂ ਸੁਣ ਰਹੇ ਨੇ, ਉਹ ਲੋਕ ਇਸ ਗੱਲ ਨੂੰ ਮੇਰੇ ਨੂੰ ਹੁਣ ਚੰਗੇ ਤਰੀਕੇ ਨਾਲ ਸਮਝਣਗੇ ਕਿ ਇਹਦੇ ਵਿੱਚ ਅਰੀਥਰੋਸਾਈਟ ਜਿਹੜਾ ਸੈਡੀਮੈਂਟੇਸ਼ਨ ਰੇਟ ਹੁੰਦਾ ਹੈ, ESR ਜਿਹਨੂੰ ਅਸੀਂ ਕਹਿੰਦੇ ਹਾਂ, ਉਹ 20 ਤੋਂ ਉੱਪਰ ਹੋ ਜਾਂਦਾ ਸਰ। ਉਹ 60 70 ਇੱਥੇ ਚਲਾ ਜਾਂਦਾ, 100 ਤੋਂ ਉੱਪਰ ਚਲਾ ਜਾਂਦਾ। CRP ਕੁਆਂਟੀਟੇਟਿਵ ਜਿਹੜਾ ਹੁੰਦਾ ਹੈ, ਟੋਟਲ ਕੰਜੂਗੇਟਿਵ ਐਕਟਿਵ ਪ੍ਰੋਟੀਨ, ਜਿਹਨੇ ਬਾਡੀ ਦੇ ਵਿੱਚ ਰਿਐਕਸ਼ਨ ਦੱਸਣਾ ਹੁੰਦਾ ਸਰ, ਉਹ ਵੀ ਸਰ ਮੋਰ ਦੈਨ 6 ਹੁੰਦਾ ਹੈ। ਮਾਤਾ ਜੀ ਦੀ 7 ਮਹੀਨੇ ਦਵਾਈ ਖਾਣ ਤੋਂ ਬਾਅਦ ਜਿਹੜੀ ਰਿਪੋਰਟ ਹੈਗੀ ਹੈ ਸਰ, ਉਹ ਹੈਗੀ ਹੈ ਜਿਹੜਾ ਅਰੀਥਰੋਸਾਈਟ ਸੈਡੀਮੈਂਟੇਸ਼ਨ ਰੇਟ ਹੈਗਾ ਉਹ 2 ਹੈ ਸਰ ਸਿਰਫ। ਔਰ ਜਿਹੜੀ ਇਹਨਾਂ ਦੀ CRP ਕੁਆਂਟੀਟੇਟਿਵ ਹੈਗੀ ਹੈ ਸਰ ਉਹ 1 ਹੈ। ਔਰ ਕਿਸੇ ਨਾਲ ਵੀ ਗੱਲ ਕਰ ਲਓ ਤੁਸੀਂ ਕਿ ਇੱਕ ਹੈਲਦੀ ਹਿਊਮਨ ਬੀਇੰਗ ਦੇ ਤਰ੍ਹਾਂ ਬਿਲਕੁਲ ਇਹਨਾਂ ਦੇ ਜਿਹੜੇ ਅੱਜ ਵਾਈਟਲਸ ਨੇ, ਜੋ ਮੇਰੇ ਕੋਲੇ ਇਹਨਾਂ ਦੀਆਂ ਰਿਪੋਰਟਸ ਪਈਆਂ ਨੇ, ਔਰ ਕਿੰਨੇ ਕੁ ਸਟੇਬਲ ਨੇ, ਇਹ ਤੁਹਾਨੂੰ ਖੁਦ ਦੱਸਣਗੇ, ਮੈਂ ਆਪਣੀ ਜ਼ੁਬਾਨੀ ਨਹੀਂ ਦੱਸੂੰਗਾ। ਠੀਕ ਹੈ ਜੀ, ਸ਼ੁਕਰੀਆ ਜੀ ਡਾਕਟਰ ਸਾਹਿਬ। ਆਪਾਂ ਡਾਕਟਰ ਸਾਹਿਬ ਨੇ ਗੱਲ ਦੱਸੀ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਇਲਾਜ ਸ਼ੁਰੂ ਕੀਤਾ ਮਾਤਾ ਜੀ ਦਾ, ਔਰ ਮਾਤਾ ਜੀ ਵੀ ਆਪਣੇ ਨਾਲ ਹੈ ਜਿਨ੍ਹਾਂ ਦਾ ਮਤਲਬ ਇਹਨਾਂ ਦੇ ਕੋਲ ਇਲਾਜ ਚੱਲ ਰਿਹਾ ਹੈ ਪਟਿਆਲੇ ਤੋਂ। ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਉਹਨਾਂ ਦਾ ਐਕਸਪੀਰੀਅੰਸ ਪੁੱਛਦੇ ਹਾਂ। ਮਾਤਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਵੈਲਕਮ ਸਾਡੇ ਚੈਨਲ ਦੇ ਵਿੱਚ। ਇੱਕ ਥੋੜ੍ਹਾ ਜਿਹਾ ਆਪਣਾ ਐਕਸਪੀਰੀਅੰਸ ਦੱਸੋ, ਜਦੋਂ ਤੁਸੀਂ ਮੈਡੀਸਿਨ ਸ਼ੁਰੂ ਨਹੀਂ ਕੀਤੀ ਸੀ ਕੀ ਫੀਲ ਕਰਦੇ ਸੀ, ਔਰ ਅੱਜ ਕੀ ਮਹਿਸੂਸ ਕਰਦੇ ਹੋ ਤੁਸੀਂ ਦਵਾਈ ਸ਼ੁਰੂ ਹੋਣ ਤੋਂ ਬਾਅਦ? ਮੇਰੀ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ ਜੀ, ਕਿਉਂਕਿ ਅਸੀਂ ਫੋਰਨ 'ਚ ਸਾਡੇ ਬੱਚੇ ਰਹਿੰਦੇ ਨੇ, ਅਸੀਂ ਉੱਥੇ ਵੀ ਟ੍ਰੀਟਮੈਂਟ ਕਰਾਏ ਅਤੇ ਇੱਥੇ ਵਾਲੇ ਡਾਕਟਰ ਐਲੋਪੈਥੀ ਸਭ ਕਹਿੰਦੇ ਸੀਗੇ ਵੀ ਇਹ ਲਾਈਫ ਦੇ ਨਾਲ ਹੀ ਚੱਲੂਗੀ। ਇਹ ਤੁਸੀਂ ਐਲੋਪੈਥੀ ਤੋਂ ਹੈਮੋਪੈਥੀ 'ਤੇ ਚਲੇ ਜਾਓ, ਹੈਮੋਪੈਥੀ ਤੋਂ ਆਯੁਰਵੈਦਿਕ 'ਚ ਚਲੇ ਜਾਓ, ਸੋ ਇਹਦਾ ਇਲਾਜ ਨਹੀਂ, ਕਿਤੇ ਕਿਉਰ ਨਹੀਂ ਹੈਗੀ। ਪਰ ਆ ਬੇਟੇ ਡਾਕਟਰ ਸਾਹਿਬ ਨੇ ਅੱਜ ਸਾਨੂੰ ਬਿਲਕੁਲ ਨਵੀਂ ਜ਼ਿੰਦਗੀ ਦੇ ਦਿੱਤੀ ਜੀ। ਔਰ ਕਿੰਨੀ ਕੁ ਮਤਲਬ ਤੁਸੀਂ ਪਹਿਲਾਂ ਤਕਲੀਫ ਦੇ ਵਿੱਚ ਸੀਗੇ ਜਦੋਂ ਡਾਕਟਰ ਸਾਹਿਬ ਨਹੀਂ ਮਿਲੇ ਸੀਗੇ, ਔਰ ਅੱਜ ਕਿੰਨੇ ਕੁ ਤੁਸੀਂ ਸਕੂਨ ਦੇ ਵਿੱਚ ਹੋ? ਉਹ ਤਾਂ ਤੁਸੀਂ ਸੋਚ ਨਹੀਂ ਸਕਦੇ, ਜਾਂ ਉਹ ਪੇਸ਼ੈਂਟਾਂ ਨੂੰ ਪਤਾ ਹੋਣਾ ਜਿਹੜੇ ਸੋਰਾਇਸਿਸ ਦੇ ਪੇਸ਼ੈਂਟ ਨੇ। ਉਹ ਤਾਂ ਅਸੀਂ 3 ਵਾਰ ਬੈੱਡ ਸੀਟ ਤੋਂ ਇੱਦਾਂ ਹੱਥਾਂ ਨਾਲ ਚੱਕਦੇ ਸੀਗੇ, ਇਕੱਠਾ ਕਰਦੇ ਸੀਗੇ, ਛਿਲਕਾ ਛੱਡਦੇ ਸੀਗੇ। ਇੱਕ ਹਫ਼ਤਾ ਬੇਟੇ ਨੇ ਦਵਾਈ ਦਿੱਤੀ, ਸਾਡੇ ਭਾਈ ਸਾਹਿਬ ਇਹਨਾਂ ਦੇ ਨਾਲ ਗਏ ਅਤੇ ਉਵੇਂ ਹੀ ਟਰੀਟਮੈਂਟ ਕਰਦੇ ਨੇ, ਜਿੱਦਾਂ ਬੱਚਾ ਇੱਕ ਮਾਂ ਨੂੰ ਟਰੀਟਮੈਂਟ ਦਿੰਦਾ ਉੱਦਾਂ ਹੀ ਟਰੀਟਮੈਂਟ ਹੁੰਦਾ ਸਾਡਾ। ਪਰ ਹੁਣ ਮੈਂ ਤਾਂ ਓਵਰਆਲ ਬਿਲਕੁਲ ਤੰਦਰੁਸਤ ਫੀਲ ਕਰਦੀ ਹਾਂ ਜੀ। ਮਤਲਬ ਇੱਕ ਜਿਹੜੇ ਇਸ ਬਿਮਾਰੀ ਤੋਂ ਪੀੜਿਤ ਹੋਰ ਮਰੀਜ਼ ਹੈਗੇ, ਉਹਨਾਂ ਵਾਸਤੇ ਤੁਸੀਂ ਮਤਲਬ ਤੁਹਾਡਾ ਕਿਉਰ ਹੋਇਆ, ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ? ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਕਿ ਬੜੀ ਦੂਰ ਤੋਂ ਚੱਲ ਕੇ ਆਉਣੇ, ਮੈਡੀਸਨ ਲੈਂਦੇ ਹੋ ਔਰ ਇਲਾਜ ਵੀ ਹੋਇਆ, ਜਿਹੜੇ ਤੁਹਾਡੇ ਵਰਗੇ ਹੋਰ ਪੀੜਿਤ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਜਦੋਂ ਵੀ ਤੁਸੀਂ ਇਹ ਵੀਡੀਓ ਨੂੰ ਸੁਣੋ ਤਾਂ ਤੁਰੰਤ ਕਿਸੇ ਦੀ ਵੀ ਸਲਾਹ ਲੈਣ ਦੀ ਲੋੜ ਨਹੀਂ, ਤੁਸੀਂ ਇੱਥੇ ਪਹੁੰਚੋ ਅਤੇ ਇੰਨਾ ਤੁਹਾਡਾ ਰਾਈਟ ਵੇ ਨਾਲ ਤੁਹਾਡਾ ਟਰੀਟਮੈਂਟ ਹੋਊਗਾ। ਪਰ ਹਰ ਬੰਦੇ ਨਾਲ ਮੈਂ ਦੇਖਿਆ ਇਹਨਾਂ ਦਾ ਟਰੀਟਮੈਂਟ, ਕੋਈ ਚਾਹੇ ਛੋਟਾ ਹੈ, ਚਾਹੇ ਵੱਡਾ ਹੈ, ਚਾਹੇ ਓਲਡ ਹੈ, ਚਾਹੇ ਕਿੱਦਾਂ, ਇਹਨਾਂ ਦਾ ਇੱਕੋ ਹੀ ਬਿਹੇਵ ਹੈ ਹਰ ਬੰਦੇ ਨਾਲ। ਅਤੇ ਇੰਨਾ ਬਸ ਬਲੀਵ ਨਾਲ ਅਗਲਾ ਅੱਖਾਂ ਮੀਚ ਕੇ ਵਾਹਿਗੁਰੂ ਦਾ ਜੋ ਵੀ ਰੱਬ ਨੂੰ ਮੰਨਦੇ ਜਿਹੜੇ ਨੂੰ ਉਹ ਮੱਥਾ ਟੇਕ ਕੇ ਆਉਣ, ਹਫ਼ਤੇ 'ਚ ਠੀਕ ਜੀ, ਹਫ਼ਤੇ 'ਚ ਠੀਕ। ਧੰਨਵਾਦ ਜੀ ਮਾਤਾ ਜੀ। ਆਪਾਂ ਗੱਲ ਕਰ ਰਹੇ ਸੀ ਮਾਤਾ ਜੀ ਦੇ ਨਾਲ, ਔਰ ਹੁਣ ਸਾਡੇ ਨਾਲ ਸਰ ਵੀ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਸਰ ਕੀ ਸ਼ੁਭ ਨਾਮ ਕੀ ਹੈ ਤੁਹਾਡਾ? ਸੁਖਪਾਲ ਸਿੰਘ। ਓਕੇ, ਸੁਖਪਾਲ ਜੀ, ਇੱਕ ਜੋ ਮੈਂ ਸ਼ੁਰੂਆਤ ਦੇ ਵਿੱਚ ਵੀ ਗੱਲ ਕਹੀ ਹੈ ਉਹੀ ਗੱਲ ਮੈਂ ਦੁਬਾਰਾ ਰਿਪੀਟ ਕਰੂੰਗਾ ਕਿ ਮਲੇਰਕੋਟਲਾ ਇੱਕ ਬੜਾ ਛੋਟਾ ਜਿਹਾ ਸ਼ਹਿਰ ਹੈ। ਮਲੇਰਕੋਟਲੇ ਤੋਂ ਪਟਿਆਲੇ ਜਾਂਦੇ ਤਾਂ ਸੁਣੇ ਸੀਗੇ, ਪਟਿਆਲੇ ਤੋਂ ਮਲੇਰਕੋਟਲੇ ਆਉਂਦੇ ਮਤਲਬ ਸ਼ਾਇਦ ਕਿ ਮੈਂ ਪਹਿਲੀ ਵਾਰੀ ਦੇਖ ਰਿਹਾ। ਔਰ ਇਹਦੇ 'ਚ ਸਰ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਦੇਖੋ ਜੀ, ਗੱਲ ਇਹ ਹੈ ਵੀ
ਅਸੀਂ ਇਹਨਾਂ ਕੋਲੇ ਜਦੋਂ ਆਏ ਆ, ਸਾਡਾ ਇਹਨਾਂ ਨਾਲ ਰਾਬਤਾ ਮੇਰੇ ਇੱਕ ਦੋਸਤ ਰਾਹੀਂ ਹੋਇਆ ਜੀ। ਤੇ ਉਸ ਤੋਂ ਪਹਿਲਾਂ ਮੇਰੀ ਮਿਸਿਸ ਦਾ ਅਸੀਂ ਟ੍ਰੀਟਮੈਂਟ PGI ਵੀ ਅਸੀਂ 1 ਸਾਲ ਤਕਰੀਬਨ ਇਹਨਾਂ ਦਾ ਟ੍ਰੀਟਮੈਂਟ ਲਿਆ। ਤੇ ਉੱਥੋਂ ਉਹਨਾਂ ਨੇ ਅਖੀਰ ਦੇ ਵਿੱਚ ਜਿਹੜੇ ਉਹਨਾਂ ਦੇ ਵੱਡੇ ਡਾਕਟਰ ਸੀ, ਉਹਨਾਂ ਦਾ ਬੈਠ ਕੇ ਉਹਨਾਂ ਨੇ ਸਾਨੂੰ ਇੱਕੋ ਗੱਲ ਕਹਿਤੀ, ਡਾਕਟਰ ਸਾਹਿਬ ਜਿਹੜੇ ਸਾਨੂੰ ਟ੍ਰੀਟ ਕਰਦੇ ਸੀ ਨਾ, ਮਿਲਦੇ, ਉਹ ਕਹਿੰਦੇ ਵੀ ਅਸੀਂ ਆਪਣੇ ਹੈੱਡ ਆਫਿਸ ਨਾਲ ਸਾਰਾ ਗੱਲ ਕਰ ਲਈ ਵੀ ਇਹਦਾ ਇਲਾਜ ਤਾਂ ਕੋਈ ਹੈ ਨਹੀਂ। ਜਿਸ ਤਰ੍ਹਾਂ ਵੀ ਤੁਹਾਡੀ ਜਾਨ ਸੌਖੀ ਹੁੰਦੀ ਹੈ ਆਯੁਰਵੈਦਿਕ ਦਵਾਈ ਨਾਲ ਜਾਂ ਟਿਊਬਾਂ ਦੂਸਰੀਆਂ ਲੈ ਕੇ ਆਪਣਾ ਐਲੋਪੈਥੀ ਦੀਆਂ, ਵੀ ਜਿਸ ਤਰ੍ਹਾਂ ਹੈਗਾ ਇਸ ਤਰ੍ਹਾਂ ਹੀ ਜ਼ਿੰਦਗੀ ਪਾਸ ਕਰੋ। ਜਦੋਂ ਅਸੀਂ ਸਾਡੇ ਦੋਸਤ ਰਾਹੀਂ ਇਹਨਾਂ ਦੇ ਸੰਪਰਕ 'ਚ ਆਏ, ਇਹਨਾਂ ਨੇ ਸਾਰਾ ਕੁਝ ਦੇਖਿਆ, ਖਾਰਸ ਹੁੰਦੀ ਸੀ, ਜ਼ਖਮ ਸੀ, 1000 ਜ਼ਖਮ ਸੀ ਇਹਨਾਂ ਦੇ ਪਿੰਡੇ ਤੇ। ਮਤਲਬ ਸਾਨੂੰ ਉਮੀਦ ਨਹੀਂ ਸੀ ਵੀ ਹੁਣ ਅਸੀਂ ਉਸ ਤੋਂ ਬਾਅਦ ਦੇਸੀ ਹਕੀਮਾਂ ਕੋਲੇ ਵੀ ਮਾਨਸਾ ਤੇ ਭੀਖੀ ਵਗੈਰਾ ਅਸੀਂ ਘੁੰਮੇ ਫਿਰਦੇ ਰਹੇ ਤੇ ਕਿਤੋਂ ਵੀ ਪ੍ਰੋਪਰ ਸਾਨੂੰ ਕੋਈ ਸ਼ਾਂਤੀ ਨਹੀਂ ਮਿਲੀ। ਇਹਨਾਂ ਨੇ ਸਾਨੂੰ ਇੱਕੋ ਹੀ ਥੋੜ੍ਹੇ ਜਿਹੇ ਟੈਸਟ ਕਰਵਾ ਕੇ ਜਰਨਲੀ ਬਲੱਡ ਦੇ, ਉਹ ਅਸੀਂ ਕਹਿੰਦੇ ਵੀ ਕਹਿੰਦੇ ਕੱਲ੍ਹ ਤੋਂ ਅਗਲੇ ਦਿਨ ਆ ਜਾਓ, ਤੇ ਸਾਨੂੰ ਉਮੀਦ ਨਹੀਂ ਸੀ। ਪਰ 1 ਹਫ਼ਤੇ ਬਾਅਦ ਇਹਨਾਂ ਦੇ ਜਿਹੜੇ ਬੇਸਿਕਲੀ ਜਿਹੜੇ ਇਹਨੂੰ ਮਤਲਬ ਜ਼ਿਆਦਾ ਪੇਨ ਹੁੰਦੀ ਸੀ, ਉਹ ਸਾਰੇ ਜ਼ਖਮ ਜਿਹੜੇ ਸਾਫ਼ ਹੋ ਗਏ ਸੀ 10-15 ਦਿਨਾਂ ਦੇ ਵਿੱਚ, ਤੇ ਉਹ ਖਾਰਸ ਹੋਣੋਂ ਬੰਦ ਹੋ ਗਈ ਸੀ। ਤੇ ਉਸ ਤੋਂ ਬਾਅਦ ਅੱਜ 6-7 ਮਹੀਨੇ ਹੋ ਗਏ ਤੇ ਹੁਣ ਇਹ ਨੋਰਮਲ ਨੇ ਤਕਰੀਬਨ। ਪਰ ਅਸੀਂ ਇਹਨੂੰ ਕਹਿੰਦੇ ਹਾਂ ਵੀ ਡਾਕਟਰ ਸਾਹਿਬ ਨੇ ਕੋਈ ਕਿਹਾ ਵੀ ਜਿੰਨਾ ਚਿਰ ਵੀ ਹੋਰ ਦਵਾਈ ਦੀ ਲੋੜ ਹੈ, ਸਾਨੂੰ ਪ੍ਰੋਬਲਮ ਨਾ ਦੁਬਾਰਾ ਆਵੇ। 2 ਮਹੀਨੇ 3 ਮਹੀਨੇ ਅਸੀਂ ਉਦੋਂ ਹੀ ਮਤਲਬ ਬੰਦ ਕਰਨਾ ਚਾਹੁੰਦੇ ਹਾਂ ਜਦੋਂ ਮੁੜ ਕੇ ਦੁਬਾਰਾ ਇਹ ਬਿਮਾਰੀ ਦਾ ਕੋਈ ਉਮੀਦ ਹੀ ਨਾ ਹੋਵੇ। ਔਰ ਆਮ ਪਬਲਿਕ ਜੋ ਹੈ, ਆਮ ਪਬਲਿਕ ਨੂੰ ਜਿਸ ਤਰ੍ਹਾਂ ਮੈਂ ਮਾਤਾ ਜੀ ਕਿਹਾ, ਅਗਰ ਕਿਸੇ ਨੂੰ ਇਸ ਕਿਸਮ ਦੀ ਦਿੱਕਤ ਹੋਵੇ ਤਾਂ ਮਾਤਾ ਜੀ ਕਹਿੰਦੇ ਅੱਖਾਂ ਮੀਚ ਕੇ ਆ ਜਾਓ ਇੱਥੇ। ਮੈਂ ਇੱਕ ਅਪੀਲ ਤੁਹਾਡੇ ਤੋਂ ਵੀ ਲੈਣਾ ਚਾਹੂੰਗਾ ਜੀ। ਜੀ ਬਿਲਕੁਲ, ਜਿਹੜਾ ਕੁਛ ਇਹਨੇ ਗੱਲ ਕਹੀ ਹੈ ਠੀਕ ਹੈ। ਸਸਤਾ ਇਲਾਜ ਇਕਨੋਮਿਕਲੀ ਕਿਸੇ ਦੀ ਜੇਬ ਤੇ ਕੋਈ ਉਹ ਨਹੀਂ ਮਤਲਬ ਵਜਨ ਨਹੀਂ ਪੈਂਦਾ। ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ, ਹਰੇਕ ਦੇ ਆਪਦੇ ਹਾਲਾਤ ਨੇ ਮਰੀਜ਼ ਦੇ। ਕੁਝ ਲੋਕ ਅਫੋਰਡ ਕਰ ਸਕਦੇ ਨੇ, ਕੁਝ ਨਹੀਂ ਕਰਦੇ। ਕੁਝ ਡਾਕਟਰ ਕੋਲੇ ਮਹਿੰਗਿਆਂ ਕੋਲੇ ਇਸ ਕਰਕੇ ਨਹੀਂ ਜਾਂਦੇ ਵੀ ਉਹ ਅਫੋਰਡ ਨਹੀਂ ਕਰ ਸਕਦੇ। ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅਸੀਂ ਡਾਕਟਰ ਸਾਹਿਬ ਨੂੰ ਮਤਲਬ ਆਪ ਕਹਿੰਦੇ ਹੁੰਦੇ ਵੀ ਡਾਕਟਰ ਸਾਹਿਬ ਪੈਸੇ ਲੈ ਲਿਆ ਕਰੋ, ਤੁਹਾਡੀਆਂ ਦਵਾਈਆਂ ਤੁਸੀਂ ਦਿੰਦੇ ਹੋ, ਸਾਡੇ ਆਉਣ ਦਾ ਜਿਹੜਾ ਖਰਚਾ ਹੈ ਗੱਡੀ ਦਾ ਉਹ ਵੱਧ ਹੁੰਦਾ ਹੈ, ਦਵਾਈਆਂ ਦਾ ਖਰਚਾ ਘੱਟ ਹੁੰਦਾ ਹੈ। ਜਿਹੜੀ ਅਸਲੀ ਗੱਲ ਹੈ, ਹਰ ਇੱਕ ਬੰਦਾ ਮਤਲਬ ਇਹ ਚੀਜ਼ ਨੂੰ ਬਰਦਾਸ਼ਤ ਅਫੋਰਡ ਕਰ ਸਕਦਾ ਹੈ। ਅਤੇ ਇਸ ਕਰਕੇ ਵੱਡੇ ਡਾਕਟਰਾਂ ਦੇ ਚੱਕਰ 'ਚ, ਵੱਡੇ ਹਸਪਤਾਲਾਂ ਦੇ ਚੱਕਰ 'ਚ, ਜਿੱਥੇ ਉਹਨਾਂ ਦਾ ਕੰਮ ਹੈ ਇੱਕ ਪੇਸ਼ਾਵਰ ਕੰਮ ਹੈ, ਔਰ ਵੈਦਾਂ ਹਕੀਮਾਂ ਦਾ ਕੱਚਾ ਇਲਾਜ, ਜਿਹੜਾ ਇੱਕ ਦਵਾਈ ਤੁਹਾਡਾ ਫਾਇਦਾ ਘੱਟ ਕਰਦੀ ਹੈ, ਨੁਕਸਾਨ ਤੁਹਾਡੇ ਸਰੀਰ ਨੂੰ ਇਨ ਦਾ ਲੌਂਗ ਰਨ ਜ਼ਿਆਦਾ ਕਰਦੀ ਹੈ। ਇਸ ਕਰਕੇ ਅਸੀਂ ਇਹੀ ਕਹਿੰਦੇ ਹਾਂ ਵੀ ਤੁਸੀਂ ਇੱਥੇ ਆਓ, ਉਹਦਾ ਇਲਾਜ ਕਰਵਾਓ, ਵਧੀਆ ਰਹੋਗੇ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਵਾਸਤੇ। ਅਸੀਂ ਦੁਬਾਰਾ ਫਿਰ ਚੱਲਾਂਗੇ ਡਾਕਟਰ ਸ਼ਹਿਜ਼ਾਦ ਕੋਲ। ਜਿੰਨੇ ਕਿ ਗੱਲਬਾਤ ਤੋਂ ਮੈਂ ਸਮਝਿਆ ਉਹ ਇਹ ਸਮਝਿਆ ਕਿ ਇੱਕ ਬਹੁਤ ਹੀ ਜ਼ਿਆਦਾ ਪੀੜਿਤ ਮਾਤਾ ਨੂੰ ਮਤਲਬ ਕੁਝ ਕੁ ਮਹੀਨਿਆਂ ਦੇ ਇਲਾਜ ਨੇ ਇਸ ਕਾਬਲ ਕਰਤਾ ਕਿ ਅੱਜ ਉਹ ਆਪਣੇ ਮੂੰਹੋਂ ਕਹਿ ਰਹੇ ਨੇ ਕਿ ਹਾਂ ਠੀਕ ਹੈ, ਮੇਰਾ ਕਿਉਰ ਹੋਇਆ ਔਰ ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ। ਬਹੁਤ ਬੜੀ ਗੱਲ ਹੈ ਇਹ ਕਹਿਣਾ। ਔਰ ਦੁਬਾਰਾ ਫਿਰ ਗੱਲਬਾਤ ਕਰਾਂਗੇ ਡਾਕਟਰ ਸ਼ਹਿਜ਼ਾਦ ਦੇ ਨਾਲ। ਆਪਾਂ ਕੰਕਲੂਡ ਕਰਨ ਤੋਂ ਪਹਿਲਾਂ 1-2 ਕੁਐਸਚਨ ਜੋ ਮੇਰੇ ਦਿਮਾਗ ਦੇ ਵਿੱਚ ਨਾ ਆਪਾਂ ਉਹ ਵੀ ਲੈ ਲਈਏ, ਜੋ ਮੇਰੇ ਵੀ ਕੰਮ ਆਉਣਗੇ ਸ਼ਾਇਦ ਕਿ ਤੁਹਾਡੇ ਵੀ। ਸ਼ਹਿਜ਼ਾਦ ਸਾਹਿਬ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਮਾਤਾ ਜੀ ਨੇ ਤਾਂ ਆਪਣਾ ਐਕਸਪੀਰੀਅੰਸ ਦੱਸ ਦਿੱਤਾ, ਸਰ ਨੇ ਵੀ ਆਪਣਾ ਐਕਸਪੀਰੀਅੰਸ ਦੱਸ ਦਿੱਤਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਜਿਸ ਕਿਸਮ ਦੀ ਕ੍ਰੋਨਿਕ ਡਿਜ਼ੀਜ਼ ਹੈ, ਤੁਸੀਂ ਸਾਨੂੰ ਉਹ ਪੇਸ਼ੈਂਟ ਮਿਲਾਤਾ, ਬੜਾ ਓਥੈਂਟਿਕ ਆਪਾਂ ਕਹਿ ਸਕਦੇ ਕਿ ਵੀਡੀਓ ਹੈ ਕਿ ਅਗਰ ਕੋਈ ਬੰਦਾ ਸੰਪਰਕ ਕਰਨਾ ਚਾਹੁੰਦਾ ਹੈ ਕਿਵੇਂ ਸੰਪਰਕ ਕਰੇ ਔਰ ਕਿੰਨਾ ਕੁ, ਜਿਵੇਂ ਗੱਲਾਂ ਬਾਤਾਂ ਤੋਂ ਤਾਂ ਮੈਨੂੰ ਆਈਡੀਆ ਹੋ ਹੀ ਗਿਆ ਕਿ ਇਲਾਜ ਦਾ ਜੋ ਕਾਸਟ ਹੈ ਘੱਟ ਹੈ, ਫਿਰ ਵੀ ਅਗਰ ਮੈਂ ਗੱਲ ਕਰਾਂ ਕਿੰਨੀ ਕੁ ਹੁੰਦੀ ਹੈ? ਮਾਮੂਨ ਜੀ ਬਹੁਤ ਮਿਨੀਮਲ ਕਾਸਟ ਹੈ। ਇੱਕ ਤਾਂ ਗੱਲ ਇਹਦੇ ਵਿੱਚ ਕੋਈ ਐਡਮਿਸ਼ਨ ਨਹੀਂ ਹੈ ਕਿ ਅਸੀਂ ਪੇਸ਼ੈਂਟ ਨੂੰ ਐਡਮਿਟ ਕਰਕੇ ਰੱਖਣਾ ਹੈ, ਠੀਕ ਹੈ ਜੀ। ਕ੍ਰੋਨਿਕ ਡਿਜ਼ੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਬੜੀ ਪ੍ਰੋਬਲਮ ਇਹ ਹੈ ਕਿ ਤੁਸੀਂ ਕਿਸੇ ਜਗ੍ਹਾ ਜਾਂਦੇ ਹੋ ਤਾਂ ਤੁਹਾਨੂੰ ਲੰਮੇ ਪਾ ਲਿਆ ਜਾਂਦਾ ਕਿ ਆਓ ਜੀ ਤੁਹਾਨੂੰ ਐਡਮਿਟ ਕਰਨਾ ਪਊਗਾ, ਤੁਹਾਨੂੰ ਇਹ ਹੋਊਗਾ। ਮੈਂ ਕਹਿਣਾ ਕਿ ਤੁਹਾਨੂੰ ਕੋਈ ਚੀਜ਼ ਡਾਇਗਨੋਜ਼ ਹੋ ਗਈ, ਤੁਹਾਨੂੰ ਪਤਾ ਲੱਗ ਗਿਆ ਕਿ ਇਹ ਚੀਜ਼ ਮੈਨੂੰ ਡਾਇਗਨੋਜ਼ ਹੋ ਚੁੱਕੀ ਹੈ। ਸਭ ਤੋਂ ਬੜੀ ਗੱਲ, ਅਸੀਂ 4 ਡਿਜ਼ੀਜ਼ ਦੇ ਵਿੱਚ ਕੰਮ ਕਰਦੇ ਹਾਂ। ਮੈਂ ਤੁਹਾਨੂੰ ਲਾਸਟ ਆਪਣੇ ਇੰਟਰਵਿਊ ਦੇ ਵਿੱਚ ਵੀ ਕਿਹਾ ਸੀਗਾ, ਸੋਰਾਸਿਸ, ਚਮੜੀ ਦੇ ਜਿੰਨੇ ਰੋਗ ਨੇ, ਠੀਕ ਹੈ ਜੀ, ਖਾਸ ਤੌਰ 'ਤੇ ਕ੍ਰੋਨਿਕ ਡਿਜ਼ੀਜ਼ ਦੇ ਪੇਸ਼ੈਂਟ ਸਾਡੇ ਨਾਲ ਕੰਟੈਕਟ ਕਰਨ, ਜਿਹਦੇ ਵਿੱਚ ਸੋਰਾਸਿਸ, ਐਗਜ਼ੀਮਾ ਜਾਂ ਫਿਰ ਅਰਟੀਕੇਰੀਆ ਜਿਹਨੂੰ ਛਪਾਕੀ ਕਹਿੰਦੇ ਨੇ। ਲੇਕਿਨ ਜਿਹੜੇ ਕ੍ਰੋਨਿਕ ਡਿਸਆਰਡਰ ਨੇ ਇਹਨਾਂ ਨੂੰ ਤੁਸੀਂ ਜਦੋਂ ਸੋਰੈਟਿਕ ਆਰਥਰਾਈਟਿਸ ਜਿਹੜਾ ਮਾਤਾ ਜੀ ਦਾ, ਇਹਨੂੰ ਗੂਗਲ ਕਰੋ, ਤੁਹਾਡੇ ਸਾਹਮਣੇ ਉਹਦੇ ਉੱਪਰ ਲਿਖਿਆ ਹੋਇਆ ਆਏਗਾ ਕਿ ਨੋ ਕਿਉਰ, ਕਿਸੇ ਹੋਰ ਸਿਸਟਮ ਦੇ ਵਿੱਚ ਕੋਈ ਕਿਉਰ ਨਹੀਂ। ਅੱਜ ਅਸੀਂ ਇਲੈਕਟ੍ਰੋ ਹੋਮਿਓਪੈਥੀ, ਮਹਾਤਮਾ ਕਾਉਂਟ ਸੀਜ਼ਰ ਮੈਟੀ ਜੀ ਜਿਨ੍ਹਾਂ ਨੇ ਇਸ ਸਿਸਟਮ ਨੂੰ ਇਜਾਦ ਕੀਤਾ ਔਰ ਲੋਕਾਂ ਦੇ ਮਾਨਵਤਾ ਦੀ ਭਲਾਈ ਦੇ ਲਈ ਇਸ ਜਿਹੜੀ ਡ੍ਰੌਪਸ ਵਾਲੀ ਇਸ ਮੈਡੀਸਨ ਨੂੰ, ਜਿਹੜਾ ਲੋਕਾਂ ਲਈ, ਮਾਤਾ ਜੀ ਨੂੰ ਲੱਗਦਾ ਹੀ ਨਹੀਂ ਉਹਨਾਂ ਕਿ ਮੈਡੀਸਨ ਖਾ ਰਹੇ ਨੇ, ਲਿਫਾਫੇ ਭਰੀ ਫਿਰਦੇ ਹਾਂ। ਅਸੀਂ ਸਿਰਫ ਡ੍ਰੌਪਸ ਦੇ ਨਾਲ ਔਰ ਸਾਡੀ ਆਪਣੀ ਗ੍ਰੀਨ ਇਲੈਕਟ੍ਰੀਸਿਟੀ ਦੇ ਨਾਲ
ਅਸੀਂ ਮਾਤਾ ਜੀ ਨੂੰ ਕਿਉਰ ਕੀਤਾ ਅਲਹਮਦੁਲਿਲਾ। ਅੱਜ ਇਹ ਸਾਡੇ ਸਾਹਮਣੇ ਸਟੇਬਲ ਬੈਠੇ ਨੇ। ਮਾਮੂਨ ਜੀ ਬਹੁਤ ਮਿਨੀਮਲ ਕਾਸਟ ਹੈ। ਮੈਂ ਕਾਸਟ ਤੁਹਾਨੂੰ ਉਹਨਾਂ ਨੇ ਦੱਸ ਹੀ ਦਿੱਤਾ ਹੈ ਕਿ ਇਹਨਾਂ ਦਾ ਪੈਟਰੋਲ ਦਾ ਖਰਚਾ ਜ਼ਿਆਦਾ ਹੋ ਜਾਂਦਾ ਅਤੇ ਮੈਂ ਇਹਨਾਂ ਤੋਂ ਬਹੁਤ ਘੱਟ ਇੱਥੋਂ ਚਾਰਜ ਕਰਦਾ। ਸਾਰੇ ਪੇਸ਼ੈਂਟਾਂ ਨਾਲ ਹੀ ਸਾਡਾ ਸੇਮ ਬਿਹੇਵੀਅਰ ਹੈ। ਮੇਰੇ ਸਾਹਮਣੇ ਆਉਣ ਵਾਲਾ ਮਰੀਜ਼ ਜਦੋਂ ਮੇਰੇ ਸਾਹਮਣੇ ਆ ਕੇ ਬੈਠਦਾ, ਮੈਨੂੰ ਇਹ ਅਹਿਸਾਸ ਰਹਿੰਦਾ ਹਮੇਸ਼ਾ ਪ੍ਰੋਫਿਟ ਮੁਹੰਮਦ ਦੀ ਇਹ ਸਿੱਖਿਆ ਹੈ ਜਿਹਦੇ ਉੱਤੇ ਮੈਂ ਅਮਲ ਕਰਦਾ ਹਮੇਸ਼ਾ ਅਲਹਮਦੁਲਿਲਾ, ਕਿ ਸਾਹਮਣੇ ਵਾਲਾ ਮਰੀਜ਼ ਜਿਹੜਾ ਤੁਹਾਡੇ ਕੋਲ ਆ ਰਿਹਾ ਉਹ ਦੁਖੀ ਹੈ। ਅਗਰ ਤੁਹਾਨੂੰ ਬਿਮਾਰੀ ਨਹੀਂ ਸਮਝ ਆਉਂਦੀ ਹੈਗੀ ਤਾਂ ਉਹ ਹਦੀਸ ਮੇਰੇ ਹਮੇਸ਼ਾ ਦਿਮਾਗ ਦੇ ਵਿੱਚ ਰਹਿੰਦੀ ਹੈ ਕਿ ਉਹਨੂੰ ਰਿਫਿਊਜ਼ ਕਰ ਦਿਓ, ਉਹਦਾ ਇਲਾਜ ਨਾ ਕਰੋ ਜਿਹੜੀ ਚੀਜ਼ ਦੇ ਬਾਰੇ ਤੁਸੀਂ ਨਹੀਂ ਜਾਣਦੇ ਹੈਗੇ। ਅਗਰ ਹਾਂ ਤੁਹਾਨੂੰ ਕੌਨਫੀਡੈਂਸ ਹੈ ਕਿਸੇ ਚੀਜ਼ ਦੇ ਉੱਪਰ 101%, ਤੁਸੀਂ ਸ਼ੋਰ ਹੋ ਕਿ ਤੁਸੀਂ ਤੁਹਾਡੇ ਚੀਜ਼ ਸਮਝ ਆ ਰਹੀ ਹੈ, ਤੁਸੀਂ ਉਹਦਾ ਇਲਾਜ ਕਰ ਲਓਗੇ, ਤਾਂ ਤੁਸੀਂ ਪੇਸ਼ੈਂਟ ਨੂੰ ਮੈਡੀਸਨ ਦੇ ਲਈ ਯੈਸ ਕਰੋ। ਡਾਕਟਰ ਸਾਹਿਬ ਇੱਕ ਵਾਰ ਫੇਰ ਤੁਹਾਡਾ ਜੋ ਕੰਪਲੀਟ ਐਡਰੈਸ ਹੈ ਉਹ ਲੈਣਾ ਚਾਹਾਂਗੇ ਜੀ। ਜੀ ਮੇਰਾ ਐਡਰੈਸ ਹੈ ਸ਼ਹਿਜ਼ਾਦ ਪੀਸ ਬਿਊਟੀ ਐਂਡ ਸਕਿਨ ਕੇਅਰ ਸੈਂਟਰ ਮਲੇਰਕੋਟਲਾ। ਤੁਸੀਂ ਜਦੋਂ ਗਰੇਵਾਲ ਚੌਂਕ ਮਲੇਰਕੋਟਲਾ ਉਤਰੋਗੇ ਤਾਂ ਨਾਭਾ ਰੋਡ ਵੱਲ ਨੂੰ ਜਾਂਦੇ ਹੋਏ ਮਲੇਰਕੋਟਲਾ ਸੈਨੇਟਰੀ ਸਟੋਰ ਆਉਂਦਾ ਹੈ, ਔਰ ਉਹਦੇ ਨਾਲ ਹੀ ਪਹਿਲੇ ਸਟਰੀਟ ਦੇ ਅੰਦਰ ਇੱਕ ਬਹੁਤ ਛੋਟਾ ਜਿਹਾ ਸੈਟਅਪ ਤੁਹਾਨੂੰ ਨਜ਼ਰ ਆਊਗਾ, ਉਹ ਆਪਣਾ ਹੈ ਜੀ। ਉੱਥੇ ਪਿਓਰ ਇਲੈਕਟ੍ਰੋ ਹੋਮਿਓਪੈਥਿਕ ਮੈਡੀਸਨ ਦੇ ਨਾਲ ਅਸੀਂ ਪੇਸ਼ੈਂਟ ਨੂੰ ਜਿਹੜਾ ਹੈ ਉਹਨਾਂ ਦੇ ਕ੍ਰੋਨਿਕ ਡਿਜ਼ੀਜ਼ਸ ਦੇ ਵਿੱਚ ਕਿਉਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਡੇ ਜ਼ਰੀਏ ਨਾਲ ਮਾਮੂਨ ਜੀ ਇੱਕ ਵਾਰ ਫੇਰ ਕਹੂੰਗਾ ਕਿ ਟਾਈਪ 2 ਡਾਇਬਟੀਜ਼ ਦੇ ਪੇਸ਼ੈਂਟ ਜਿਨ੍ਹਾਂ ਦਾ ਹਲੇ ਇਨਸੂਲਿਨ ਲੱਗਣਾ ਨਹੀਂ ਸ਼ੁਰੂ ਹੋਇਆ, ਜਾਂ ਜਿਨ੍ਹਾਂ ਨੂੰ ਹਜੇ ਡਾਇਗਨੋਜ਼ ਹੀ ਹੋਇਆ ਕਿ ਸ਼ੂਗਰ ਹੋ ਗਈ ਜੀ, ਤੁਹਾਡੇ HbA1c ਦੇ ਵਿੱਚ ਤੁਹਾਡਾ ਲੈਵਲ ਜਿਹੜਾ ਹੈ ਵਧਣਾ ਸ਼ੁਰੂ ਹੋ ਗਿਆ, ਤੁਹਾਡੀ ਫਾਸਟਿੰਗ ਬਲੱਡ ਸ਼ੂਗਰ ਅਤੇ ਰੈਂਡਮ ਬਲੱਡ ਸ਼ੂਗਰ ਵਧਣੀ ਸ਼ੁਰੂ ਹੋ ਗਈ, ਉਹ ਪੇਸ਼ੈਂਟ ਸਾਡੇ ਨਾਲ ਕੰਟੈਕਟ ਕਰਨ। ਇਨਫਰਟੀਲਿਟੀ ਦੇ, ਬਾਂਝਪਨ ਦੇ, ਮੇਲ ਹੈ ਫੀਮੇਲ ਹੈ, ਕਿਸੇ ਦੇ ਸ਼ੁਕਰਾਣੂ ਨਹੀਂ ਬਣ ਰਹੇ, ਐਗ ਨਹੀਂ ਪ੍ਰੋਡਿਊਸ ਹੋ ਰਿਹਾ, ਜਾਂ ਓਵਰੀਜ਼ ਦੇ ਵਿੱਚ ਕੋਈ ਦਿੱਕਤ ਹੈਗੀ ਹੈ, ਕੋਈ ਸਿਸਟ ਬਣੇ ਹੋਏ ਨੇ, ਕੋਈ ਫਾਈਬਰੋਇਡਸ ਬਣੇ ਹੋਏ ਨੇ, ਉਹ ਪੇਸ਼ੈਂਟ ਸਾਡੇ ਨਾਲ ਕਰਨ ਕੰਟੈਕਟ। ਨੰਬਰ 3 ਦੇ ਉੱਤੇ ਅਸੀਂ ਜਿਹੜੀਆਂ ਸਕਿਨ ਡਿਜ਼ੀਜ਼ਸ ਨੇ ਕ੍ਰੋਨਿਕ, ਅਸੀਂ ਕਹਿੰਦੇ ਹਾਂ ਕਿ ਇਹਨਾਂ ਦੇ ਜਿਹੜੇ ਮਰੀਜ਼ ਨੇ ਉਹ ਸਾਡੇ ਨਾਲ ਰਾਬਤਾ ਕਰਨ। ਠੀਕ ਹੈ ਜੀ। ਅਸੀਂ ਸਿਰਫ 4 ਸੈਗਮੈਂਟਸ ਦੇ ਵਿੱਚ ਮਾਮੂਨ ਜੀ ਆਪਣੇ ਪੇਸ਼ੈਂਟ ਨੂੰ ਆਪਣੀਆਂ ਸਰਵਿਸਿਜ਼ ਦੇ ਰਹੇ ਹਾਂ, ਔਰ ਅਲਹਮਦੁਲਿਲਾ ਡੇ ਬਾਈ ਡੇ ਮੈਂ ਤੁਹਾਨੂੰ ਡਾਇਬਟੀਜ਼ ਦੇ ਪੇਸ਼ੈਂਟ ਵੀ ਮਿਲਾਉਂਗਾ ਅਗਲੇ ਇੰਟਰਵਿਊਜ਼ ਦੇ ਵਿੱਚ, ਜਿਨ੍ਹਾਂ ਨੂੰ ਅਸੀਂ 13.5 ਤੋਂ ਵਾਪਸ ਲੈ ਕੇ ਆ ਰਹੇ ਹਾਂ। ਅਲਹਮਦੁਲਿਲਾ 5.4 ਤੇ ਆ ਰਿਹਾ ਕੋਈ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਸ਼ਹਿਜ਼ਾਦ ਸਾਹਿਬ, ਟਾਈਮ ਦਿੱਤਾ ਤੁਸੀਂ, ਬਹੁਤ ਬਹੁਤ ਸ਼ੁਕਰੀਆ ਜੀ। ਅੱਛਾ, ਸਾਡਾ ਕੰਟੈਕਟ ਨੰਬਰ ਹੈ ਮਾਮੂਨ ਜੀ 8872 96036 88 728 96036। ਇਹ ਸਾਡਾ ਰਿਸੈਪਸ਼ਨ ਦਾ ਨੰਬਰ ਹੈ। ਆਉਣ ਤੋਂ ਪਹਿਲਾਂ ਅਪਾਇੰਟਮੈਂਟ ਜ਼ਰੂਰ ਲੈ ਕੇ ਆਉਣ। ਟਾਈਮਿੰਗ ਹੈ ਜਿਹੜੀ ਮਾਮੂਨ ਜੀ ਉਹ ਸਵੇਰੇ 10 ਵਜੇ ਤੋਂ 2 ਵਜੇ ਤੱਕ, ਸ਼ਾਮੀ 5 ਵਜੇ ਤੋਂ 7 ਵਜੇ ਤੱਕ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਆਪਾਂ ਗੱਲ ਕਰ ਰਹੇ ਸੀ ਡਾਕਟਰ ਸ਼ਹਿਜ਼ਾਦ ਦੇ ਨਾਲ, ਔਰ ਇਹਨਾਂ ਨੇ ਬਹੁਤ ਅੱਛੀ ਇਨਫੋਰਮੇਸ਼ਨ ਦਿੱਤੀ ਮਾਤਾ ਜੀ ਨੂੰ। ਜੋ ਪੇਸ਼ੈਂਟ ਹੈ ਉਹਨਾਂ ਨੂੰ ਵੀ ਮਿਲਾਇਆ, ਜੋ ਉਹਨਾਂ ਦੇ ਕੇਅਰ ਟੇਕਰ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲ ਕੀਤੀ, ਅਤੇ ਨਾਲ ਹੁਣ ਇਹਨਾਂ ਨੇ ਐਡਰੈਸ ਆਪਣਾ ਦੱਸ ਦਿੱਤਾ। ਕ੍ਰੋਨਿਕ ਡਿਜ਼ੀਜ਼ ਨੂੰ ਇਹ ਇਲਾਜ ਕਰਦੇ ਨੇ। ਸੈਟਅਪ ਭਾਵੇਂ ਛੋਟਾ ਹੈ ਲੇਕਿਨ ਨੌਲੇਜ ਬੜੀ ਹੈ। ਤਾਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਇੱਕ ਰਿਕੁਐਸਟ ਹੈ ਕਿ ਇਸ ਬਿਮਾਰੀ ਦੇ ਜੋ ਵੀ ਪੇਸ਼ੈਂਟਸ ਹੈਗੇ ਇੱਕ ਵਾਰ ਇਹਨਾਂ ਦੇ ਸੈਂਟਰ ਨੂੰ ਵਿਜ਼ਿਟ ਕਰਨ, ਔਰ ਇਹਨਾਂ ਦੀ ਪੂਰੀ ਜੋ ਮਤਲਬ ਡਿਟੇਲ ਹੈ, ਇਹਨਾਂ ਦਾ ਕੰਟੈਕਟ ਨੰਬਰ ਹੈ, ਇਹਨਾਂ ਦਾ ਐਡਰੈਸ ਹੈ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਅਸੀਂ ਦੇਵਾਂਗੇ, ਤੁਸੀਂ ਉੱਥੋਂ ਵੀ ਲੈ ਸਕਦੇ ਹੋ, ਸੰਪਰਕ ਕਰ ਸਕਦੇ ਹੋ ਇਹਨਾਂ ਨੂੰ ਕਿਸੇ ਵੀ ਸਮੇਂ। ਅਜਿਹੀ ਹੀ ਬਹੁਤ ਲਾਭਦਾਇਕ ਵੀਡੀਓਜ਼ ਵਾਸਤੇ ਅਸੀਂ ਬਾਰ-ਬਾਰ ਆਉਂਦੇ ਰਹਾਂਗੇ, ਇਹਨਾਂ ਨੂੰ ਮਿਲਦੇ ਰਹਾਂਗੇ, ਔਰ ਇਹਨਾਂ ਦੀ ਨੌਲੇਜ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਟਿਲ ਦੈਨ, ਥੈਂਕ ਯੂ ਵੈਰੀ ਮੱਚ।